सत्कारयोग सतगुरां दी साजी निवाजी गुरु रूप प्यारी गुरु सवारी साध संगत जी। परमात्मा दी बख्शिश दे नाल नितनेम कर्म अनुसार गुरु दरबार दीआं हाजरियां भरदे हां। परमात्मा दे घर विच आके हर एक मनुख दी तमन्ना हुंदी है कि मेरा जिहड़ा ये मन है, जन्मां जन्मां दी लगी हुई मैल इस दी उतर जावे, मन निर्मल हो जावे। क्योंकि शरीर दे जिन्ने भी अंग ने ये सारे दे सारे मन ही इन्हां ते अपनी कार्रवाई चलाउंदा रहिंदा है। गुरु दे घर विच बर्तन मांजण दी सेवा है। गुरु दे घर दे विच झाड़ू लगाउण दी सेवा है। ये सारियां सेवावां दा मेन मनोरथ जिहड़ा है इक्को ही है कि जिस तरह बर्तन दी सफाई हुई है, बर्तन मांजिया गया, बर्तन दी मैल उतरी है, ऐ गुरु आप जी किरपा करियो साडे मन दी जिहड़ी मैल है ये उतर जावे। जिस दिन मन दी मैल उतरदी है, इंसानियत उत्थों ही जन्म लैंदी है। भावें जिहड़ा बच्चा मनुखी शरीर दे रूप दे विच आ गया उन्होंने मनुख मन्निया जाता है, इंसान मन्निया जाता है। पर कुछ गल्लां गुरबाणी ने गुरु नानक देव साहिब जी महाराज ने दर्ज कीतियां ने। बाबा होर खाना खुशी खुआर, जित खाधै तन पीड़िए मन में चलै विकार। बाबा होर पैनण खुशी खुआर, जित पैंदै तन पीड़िए मन में चलै विकार। एक बच्चे नूं नगनता दा बिल्कुल भी बोध नहीं है। पशुआं नूं पंछियां नूं बिल्कुल भी बोध नहीं है। निदान बच्चा है तो उसनों भी कोई बहुता बोध नहीं है। जिमें जिमें बच्चा वड्डा हुंदा तुरया जांदा है, इनू अपने कंमां दा, खाण पीण दा, पहनण दा, नगनता दा ये सब बोध हौली हौली शुरू हुंदे ने जिंदगी विच। गुरु नानक देव साहिब जी महाराज तो पहले जिहड़े धर्म चले सन, उन्हां धर्मां ने महानन धर्म दे विच शरीर नूं पूरे दा पूरा लको के रख दिता सी। वस्त्र इतने पहनने ने, मुखड़े ते बुरका लाउणा है,
ਮੁਖੜੇ ਤੇ ਘੁੰਡ ਕੱਢਣਾ ਹੈ। ਸਰੀਰ ਨੂੰ ਇੰਨਾ ਲੁਕੋ ਕੇ ਰੱਖ ਦਿੱਤਾ ਸੀ ਕਿ ਇਨਸਾਨ, ਔਰਤ ਵਸਤਰਾਂ ਦੇ ਵਿੱਚ ਨਜ਼ਰ ਨਹੀਂ ਆਉਂਦੀ ਸੀ। ਕੇਵਲ ਇਕੱਲੇ ਵਸਤਰ ਹੀ ਵਸਤਰ ਨਜ਼ਰ ਆਉਂਦੇ ਸਨ। ਉਹਨਾਂ ਨੇ ਸਰੀਰ ਨੂੰ ਪੂਰੇ ਦਾ ਪੂਰਾ ਲੁਕੋ ਦਿੱਤਾ। ਹੋਰਨਾਂ ਧਰਮਾਂ ਨੇ ਕੀ ਕੀਤਾ ਕਿ ਸਰੀਰਾਂ 'ਤੇ ਬਹੁਤੇ ਜਿਹੜੇ ਵਸਤਰ ਸੀ ਉਹ ਘਟਾ ਦਿੱਤੇ। ਉਹਨਾਂ ਨੇ ਸਰੀਰਾਂ ਦਾ ਨਗਨਤਾ ਦਾ ਬੋਧ ਕਰਾ ਦਿੱਤਾ। ਬਹੁਤਾ ਸਮਾਜ ਇਸ ਤਰ੍ਹਾਂ ਦੇ ਵਸਤਰ ਪਹਿਨਣੇ ਸਮਾਜ ਨੇ ਸ਼ੁਰੂ ਕਰਤੇ, ਜਿਹੜੇ ਵਸਤਰਾਂ ਦੇ ਵਿੱਚ ਢਕਿਆ ਘੱਟ ਹੋਵੇ, ਨਗਨਤਾ ਬਹੁਤੀ ਹੋਵੇ। ਇਹ ਵੀ ਸਮਾਜ ਦੇ ਵਿੱਚ ਰਹੁ ਰੀਤ ਰਿਵਾਜ ਚੱਲਿਆ, ਜੋ ਅਜੋਕੇ ਸਮੇਂ ਤੱਕ ਚੱਲ ਰਿਹਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਜਦ ਸਮਾਂ ਆਇਆ ਤੇ ਗੁਰੂ ਨਾਨਕ ਮਹਾਰਾਜ ਜੀਆਂ ਨੇ ਇਹਨਾਂ ਦੋਨੇ ਚੀਜ਼ਾਂ ਤੋਂ ਇੱਕ ਵਿਚਕਾਰ ਦਾ ਰਸਤਾ ਤਿਆਰ ਕੀਤਾ ਸਮਾਜ ਵਾਸਤੇ, ਕਿ ਜੇ ਤੇ ਸਰੀਰ ਬਹੁਤਾ ਢਕਿਆ ਤੇ ਕੇਵਲ ਵਸਤਰ ਹੀ ਨਜ਼ਰ ਆ ਰਹੇ ਨੇ, ਸਰੀਰ ਤੇ ਨਜ਼ਰ ਨਹੀਂ ਆ ਰਿਹਾ। ਬਹੁਤੇ ਘੱਟ ਵਸਤਰ ਪਾਏ ਨੇ ਤਾਂ ਇਹ ਵੀ ਸਮਾਜ ਦੇ ਵਿੱਚ ਸ਼ੋਭਾ ਨਹੀਂ ਦਿੰਦੇ, ਇਹ ਸ਼ੋਭਨੀਕ ਨਹੀਂ ਹੈ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਜਦ ਸਮਾਂ ਆਇਆ ਤੇ ਇਹਦੇ ਵਿਚਕਾਰ ਦਾ ਇੱਕ ਰਸਤਾ ਤਿਆਰ ਕੀਤਾ, ਜਿਹਦੇ ਵਿੱਚ ਬਹੁਤਾ ਸਰੀਰ ਢਕਿਆ ਵੀ ਨਾ ਹੋਵੇ ਅਤੇ ਬਹੁਤਾ ਸਰੀਰ ਨਗਨ ਵੀ ਨਾ ਹੋਵੇ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਤੱਕ ਸਰੀਰ 'ਤੇ ਇਹੋ ਜਿਹੇ ਵਸਤਰ ਸਤਿਗੁਰਾਂ ਨੇ ਪਹਿਨੇ ਜਿਹਦੇ ਵਿੱਚ ਨਗਨਤਾ ਵੀ ਨਹੀਂ ਸੀ ਤੇ ਇੰਨੇ ਵੀ ਕੱਪੜੇ ਨਹੀਂ ਪਾਏ ਸਨ ਕਿ ਸਰੀਰ ਨਜ਼ਰ ਨਾ ਆਵੇ। ਕਿਉਂਕਿ ਦੁਨੀਆ ਅਕਸਰ ਹੀ ਜਦ ਕੋਈ ਬਹੁਤੇ ਚੰਗੇ ਵਸਤਰ ਪਾ ਲੈਂਦੇ ਨੇ, ਜ਼ਿਆਦਾ ਵਸਤਰ ਪਾ ਲੈਂਦੇ ਨੇ, ਤੇ ਫਿਰ ਇਸ ਦੇ ਵਿੱਚ ਉਹਦੇ ਮਨ ਦਾ ਇੱਕ ਸੰਕਲਪ ਬਣ ਜਾਂਦਾ ਹੈ ਕਿ ਮੈਂ ਦਰਸ਼ਨ ਕਰਨ ਨਹੀਂ ਚੱਲਿਆ, ਮੈਂ ਤੇ ਦਰਸ਼ਨ ਦੇਣ ਚੱਲਿਆ। ਆਪ ਜੀ ਇਸ ਗੱਲ ਨੂੰ ਜ਼ਰਾ ਧਿਆਨ ਦੇ ਨਾਲ ਨੋਟ ਕਰਨੀ। ਜਿਹਦੇ ਵਸਤਰ ਬਹੁਤੇ ਚੰਗੇ ਪਾਏ ਹੋਣਗੇ, ਮਹਿੰਗੇ ਪਾਏ ਹੋਣਗੇ, ਉਹਦੇ ਮਨ ਦੇ ਵਿੱਚ ਇਹ ਗੱਲ ਪੱਕੀ ਚੱਲਦੀ ਹੋਊਗੀ ਕਿ ਮੈਂ ਦਰਸ਼ਨ ਕਰਨ ਨਹੀਂ, ਦਰਸ਼ਨ ਦੇਣ ਚੱਲਿਆ। ਤਾਂ ਫਿਰ ਸਤਿਗੁਰਾਂ ਨੂੰ ਦਰਸ਼ਨ ਦੇਣ ਆਉਣੇ ਨੇ ਜਾਂ ਸਤਿਗੁਰਾਂ ਦੇ ਦਰਸ਼ਨ ਕਰਨ ਆਉਣੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਇਹ ਪ੍ਰਤੱਖ ਪ੍ਰਮਾਣ ਮਿਲਿਆ ਕਿ ਗੁਰੂ ਸਾਹਿਬ ਜੀ ਮਹਾਰਾਜ ਨੂੰ ਜਦੋਂ ਮਾਤਾ ਜਗਤ ਮਾਤਾ ਜੀ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਮਹਿਲ ਕਹਿਣ ਲੱਗੇ ਕਿ ਘਰ ਦੇ ਵਿੱਚ ਪੁੱਤਰ ਦੀ ਦਾਤ ਚਾਹੀਦੀ ਹੈ, ਉਸ ਵਕਤ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਕਹਿਣ ਲੱਗੇ, ਕਹਿੰਦੇ ਜੇ ਤੁਸੀਂ ਪੁੱਤਰ ਦੀ ਦਾਤ ਲੈਣੀ ਹੈ ਤੇ ਬਾਬਾ ਬੁੱਢਾ ਸਾਹਿਬ ਜੀਆਂ ਦੇ ਕੋਲ ਚਲੇ ਜਾਓ। ਬਾਬਾ ਬੁੱਢਾ ਜੀ ਅਨੰਨ ਸੇਵਕ ਸਨ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ, ਜਿਨ੍ਹਾਂ ਨੇ 6 ਪਾਤਸ਼ਾਹੀਆਂ ਨੂੰ ਹੱਥੀਂ ਤਿਲਕ ਲਾਇਆ। ਤੇ ਬਾਬਾ ਬੁੱਢਾ ਸਾਹਿਬ ਜੀਆਂ ਦੇ ਜਦੋਂ ਮਾਤਾ ਜੀ ਨੇ ਥਾਲੀ ਤਿਆਰ ਕੀਤੀ, 36 ਪ੍ਰਕਾਰ ਦੇ ਭੋਜਨ ਰੱਖ ਲਏ, ਨਾਲ ਦੀਆਂ ਕੁਝ ਆਪਣੀਆਂ ਸਹੇਲੀਆਂ ਲੈ ਲਈਆਂ, ਕੁਝ ਦਾਸੀਆਂ ਲੈ ਲਈਆਂ, ਰੱਥ ਤਿਆਰ ਕਰ ਲਏ,
ਸਹੇਲੀਆਂ ਲੈਤੀਆਂ, ਦਾਸੀਆਂ ਲੈਤੀਆਂ, ਰਥ ਤਿਆਰ ਕੀਤੇ, ਲਓ ਲਸ਼ਕਰ ਲੈ ਕੇ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀਆਂ ਦੇ ਵੱਲ ਚੱਲ ਪਏ। ਜਦ ਬਾਬਾ ਬੁੱਢਾ ਸਾਹਿਬ ਜੀਆਂ ਨੇ ਦੂਰੋਂ ਦੇਖਿਆ ਲਓ ਲਸ਼ਕਰ ਆਉਂਦਾ, ਇਤਨੇ ਹਾਰੇ ਸ਼ਿੰਗਾਰੇ ਗੱਡੇ, ਇਤਨੀਆਂ ਸਾਰੀਆਂ ਦਾਸੀਆਂ ਸਹੇਲੀਆਂ ਮਾਤਾ ਗੰਗਾ ਜੀਆਂ ਦੇ ਨਾਲ, ਤੇ ਸੇਵਕ ਨੂੰ ਬਾਬਾ ਬੁੱਢਾ ਸਾਹਿਬ ਜੀਆਂ ਨੇ ਪੁੱਛਿਆ, ਕਹਿਣ ਲੱਗੇ ਕੌਣ ਆਉਂਦੇ ਨੇ, ਇਹ ਕੌਣ ਆਏ ਨੇ? ਇਤਨੇ ਪਦਾਰਥ ਲੈ ਕੇ ਆਏ ਨੇ, ਇੱਕ ਪਲੇਟ ਲੱਗੀ ਹੈ 36 ਪ੍ਰਕਾਰ ਦੇ ਭੋਜਨ। ਉਹ ਕਹਿਣ ਲੱਗਿਆ ਮਹਾਰਾਜ ਇਹ ਤੇ ਇੰਜ ਲੱਗਦੇ ਨੇ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਮਹਿਲ ਮਾਤਾ ਗੰਗਾ ਜੀ ਆਏ ਨੇ। ਬਾਬਾ ਬੁੱਢਾ ਸਾਹਿਬ ਜੀਆਂ ਦੀ ਸਹਿ ਸੁਭਾਏ ਜ਼ਬਾਨ ਦੇ ਵਿੱਚੋਂ ਨਿਕਲਿਆ ਇੱਕ ਸ਼ਬਦ, ਕਹਿਣ ਲੱਗੇ ਅੱਜ ਗੁਰੂ ਕਿਆਂ ਨੂੰ ਕੀ ਭਾਜਣਾ ਪੈ ਗਈਆਂ, ਇਤਨਾ ਲਓ ਲਸ਼ਕਰ ਲੈ ਕੇ ਆਏ ਨੇ, ਇਤਨੇ ਸਜੇ ਧਜੇ ਹੋਏ ਨੇ। ਇਹ ਬਚਨ ਮਾਤਾ ਗੰਗਾ ਜੀਆਂ ਨੇ ਵੀ ਸੁਣ ਲਿਆ, ਇਹ ਬਚਨ ਮਾਤਾ ਗੰਗਾ ਜੀਆਂ ਨੇ ਵੀ ਸੁਣ ਲਿਆ। ਜਦ ਮਾਤਾ ਗੰਗਾ ਜੀਆਂ ਨੇ ਬਚਨ ਸੁਣਿਆ ਤੇ ਬਾਬਾ ਬੁੱਢਾ ਸਾਹਿਬ ਜੀਆਂ ਦੇ ਕੋਲੋਂ ਵਾਪਸ ਚਲੇ ਗਏ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ ਤੁਸੀਂ ਸੇਵਕਾਂ ਨੂੰ ਵਡਿਆਈਆਂ ਦਿੰਦੇ ਹੋ, ਤੇ ਸੇਵਕ ਨੇ ਤੇ ਤੁਹਾਡੇ ਨੇ ਵਚਨ ਕਰ ਦਿੱਤਾ ਕਿ ਅੱਜ ਗੁਰੂ ਕਿਆਂ ਨੂੰ ਕਿਵੇਂ ਭੱਜਣਾ ਪੈ ਗਈਆਂ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਿਰ ਮਾਤਾ ਗੰਗਾ ਨੂੰ ਪੁੱਛਦੇ ਨੇ ਤੁਸੀਂ ਗਏ ਕਿਵੇਂ ਸੀ, ਕੌਣ ਕੌਣ ਸੀ ਤੁਹਾਡੇ ਨਾਲ? ਤੁਹਾਡੀਆਂ ਸਹੇਲੀਆਂ, ਤੁਹਾਡੀਆਂ ਦਾਸੀਆਂ, ਇਹ ਸਾਰੇ ਸਜੇ ਧਜੇ ਹੋਏ ਸੀ? ਕਹਿੰਦੇ ਹਾਂ, ਗੱਡੇ ਵੀ ਸਜਾਏ ਹੋਏ ਸੀ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਫਿਰ ਤੁਸੀਂ ਲੈਣ ਕੀ ਗਏ ਸੀ? ਪੁੱਤਰ ਦੀ ਦਾਤ। ਇੰਨਾ ਲਓ ਲਸ਼ਕਰ ਦੇ ਨਾਲ ਗੱਡੇ ਸਜਾ ਕੇ ਇੰਜ ਪੁੱਤਰ ਦੀ ਦਾਤ ਨਹੀਂ ਮਿਲਦੀ ਹੁੰਦੀ। ਤੁਸੀਂ ਤੇ ਫਿਰ ਦਰਸ਼ਨ ਕਰਨ ਨਹੀਂ, ਦਰਸ਼ਨ ਦੇਣ ਵਾਸਤੇ ਗਏ ਸੀ, ਇਤਨਾ ਕੁਝ ਲੈ ਕੇ ਗਏ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਜੇ ਤੁਸੀਂ ਪੁੱਤਰ ਦੀ ਦਾਤ ਲੈਣੀ ਹੈ ਨਾ, ਤੇ ਘਰ ਦੇ ਵਿੱਚੋਂ ਰੁੱਖੇ ਮਿੱਸੇ ਪ੍ਰਸ਼ਾਦੇ ਤਿਆਰ ਕਰੋ। ਬਹੁਤੇ ਪਕਵਾਨਾਂ ਦੀ ਲੋੜ ਨਹੀਂ ਹੈ, ਰੁੱਖੇ ਮਿੱਸੇ ਪ੍ਰਸ਼ਾਦੇ ਤਿਆਰ ਕਰੋ। ਪੈਰਾਂ ਦੇ ਵਿੱਚੋਂ ਜੁੱਤਾ ਉਤਾਰ ਕੇ ਸਾਦੇ ਵਸਤਰ ਪਾ ਕੇ ਤੁਸੀਂ ਫੇਰ ਬਾਬਾ ਬੁੱਢਾ ਸਾਹਿਬ ਜੀਆਂ ਦੇ ਕੋਲ ਜਾਣਾ। ਫਿਰ ਤੁਸੀਂ ਬਾਬਾ ਬੁੱਢਾ ਸਾਹਿਬ ਜੀਆਂ ਦੇ ਕੋਲ ਜਾਣਾ, ਕਿਉਂਕਿ ਜਿੰਨੇ ਮਨੁੱਖ ਦੇ ਇਨਸਾਨੀਅਤ ਹੈ ਜਿਹੜੀ, ਇਹ ਇੱਥੋਂ ਹੀ ਜਿਹੜੀ ਹੈ ਉਹ ਜਨਮ ਲੈਂਦੀ ਹੈ। ਅਸੀਂ ਕਹਿ ਦਿੰਦੇ ਹਾਂ ਫਲਾਨਾ ਇਨਸਾਨ, ਮਨੁੱਖ ਬੰਦਾ ਇਨਸਾਨੀਅਤ ਇੱਥੋਂ ਜਨਮ ਲੈਂਦੀ ਹੈ ਜਿੱਥੋਂ ਉਹ ਗੁਰਮਤਿ ਦੇ ਅਨੁਸਾਰ ਆਪਣੇ ਸਰੀਰ 'ਤੇ ਵਸਤਰ ਪਾਉਣੇ ਸ਼ੁਰੂ ਕਰ ਦਿੰਦੇ। ਇੱਥੋਂ ਇਨਸਾਨੀਅਤ ਜਨਮ ਲੈਂਦੀ ਹੈ। ਜਦੋਂ ਇਨਸਾਨੀਅਤ ਨੇ ਜਨਮ ਲੈਤਾ ਤੇ ਇਨਸਾਨੀਅਤ ਹੀ ਫਿਰ ਇਨਸਾਨੀਅਤ ਨੂੰ ਇਹ ਅਕਾਲ ਪੁਰਖ ਨੇ ਹੁਕਮ ਕੀਤਾ ਹੈ ਕਿ ਤੂੰ ਹੀ ਪਰਮਾਤਮਾ ਦਾ ਰੂਪ ਬਣ ਸਕਦਾ ਹੈ, ਇਨਸਾਨ ਹੀ ਪਰਮਾਤਮਾ ਦਾ ਰੂਪ ਬਣ ਸਕਦਾ। ਅਗਰਵਾਈਜ਼ ਜੇ ਇਨਸਾਨ ਮਨੁੱਖ ਨਹੀਂ ਹੈ, ਇਹ ਪਸ਼ੂਆਂ ਦੀ ਤਰ੍ਹਾਂ ਜੀ ਰਿਹਾ ਹੈ, ਕਿਉਂਕਿ ਪਸ਼ੂਆਂ ਨੂੰ ਬਿਲਕੁਲ ਵੀ ਨਗਨਤਾ ਦਾ ਬੋਧ ਨਹੀਂ ਹੈ। ਮਨੁੱਖੀ ਰੂਪ ਦੇ ਵਿੱਚ, ਔਰਤ ਰੂਪ ਦੇ ਵਿੱਚ ਜੇ ਕੋਈ ਇਹੋ ਜਿਹੇ ਵਸਤਰ ਪਾ ਰਿਹਾ ਕਿ ਆਪਣੇ ਸਰੀਰ ਦੀ ਪ੍ਰਦਰਸ਼ਨੀ ਕਰ ਲਿਆ ਤਾਂ ਸਮਝ ਲੈਣਾ ਪਸ਼ੂਆਂ ਵਰਗੇ ਹੈ। ਮਨੁੱਖ ਵੀ ਪਸ਼ੂਆਂ ਵਰਗਾ, ਔਰਤ ਵੀ ਪਸ਼ੂਆਂ ਵਰਗੀ ਹੈ। ਉਹਨਾਂ ਨੂੰ ਬੋਧ ਨਹੀਂ ਹੈ, ਇਹਨਾਂ ਨੂੰ ਬੋਧ ਸੀ, ਇਹਨਾਂ ਨੇ ਆਪਣੀ ਬੁੱਧੀ ਵਰਤੀ ਨਹੀਂ ਹੈ, ਆਪਣੀ ਬੁੱਧ ਨੂੰ ਵਰਤਿਆ ਨਹੀਂ ਹੈ। ਤੋ ਜਦ ਇਨਸਾਨੀਅਤ ਨੇ ਜਨਮ ਹੀ ਨਹੀਂ ਲੈਤਾ, ਇਨਸਾਨ ਦੇ ਅੰਦਰ
तो अगाਹਾਂ ਉਹ परमेश्वर ਦਾ रूप ਕਿਹੜੇ ਹਿਸਾਬ ਦੇ ਨਾਲ ਬਣ ਜਾਵੇਗਾ? नहीं बनेगा, क्योंकि ਉੱਤੇ है मनुखा शरीर पर उत्ते पशुओं की तरह जिਉਂਦਾ है। कुछ धर्मां ने इन्हां चीज़ां नूं जन्म दिता ते गुरु नानक देव साहिब जी महाराज जियां ने इन्हां दे विचों एक विचकार दा रस्ता सी जिहड़ा वो मनुखता वास्ते तैयार कीता कि तुसीं बहुते भड़कीले वस्त्र भी नहीं पाउणे तां कि दुनिया तुहानूं ही देखदी रहे, और तुसी इतने भी शरीर ते वस्त्र नहीं पाउणे कि शरीर तुहाडा नज़र ही ना आवे। केवल की नज़र आवे? तुहाडा शरीर नज़र ना आवे। महांडन धर्म दे विच अजोके समय दे विच हजे तक भी औरतां बुरका पाउंदियां ने, घुंड कढ़िया जांदा है। घुंड कढ़ना भी ये मुगल सम्राट दे विचों ही सब कुछ शुरू होया सी। गुरु नानक देव साहिब जी महाराज ने एक रस्ता अख्तियार किया इस दे विचों। वो रस्ता ये तैयार किया है कि तुहाडा जिहड़ा मन है, जिस तरह शरीर परमेश्वर के चरणों विच आया उस तरह तुहाडा मन भी परमेश्वर के चरणों विच आवे। ते जे बहुते कोई मनुख कीमती वस्त्र पाउंदा है तो वो अपने केवल कीमती वस्त्रां नूं ही देखदा रह जांदा है, केवल कीमती वस्त्रां नूं। सारी जिंदगी अपने लगे हुए हार शिंगार नूं देखदा रह जांदा है। सारी जिंदगी अपने केवल हार शिंगार नूं, वस्त्रां ते, कि साडे कोई वस्त्र देख रहा जां नहीं देख रहा, साडे वस्त्र किन्ने क चंगे पाए हुए ने। माफ़ करना, अजोके समय दे विचों जे 12 घंटिਆਂ ਦਾ दिन रब ने बख्शिया है ना, इन्हां दे विचों 11 घंटे तो साडे बीबियां दे वस्त्रां 'च ही लंघदे ने। कोई एक अद्धा घंटा भावें दिमाग किसी पासे वग जे वरना नहीं जाएगा। वस्त्र ही वस्त्र, वस्त्र ही। गुरु नानक ने एक गुरमत का मार्ग इहदे विचों तैयार किया है। वो गुरमत का मार्ग ये तैयार किया कि गुरु साहिब जी महाराज जी ने जिहड़ा अपने अकाल पुरख के वस्त्र सी, जिहड़े अकाल पुरख के वस्त्र सी, वो मनुखा शरीर के उत्ते पाउण दा इहनूं पूर्ण अधिकार बख्श दिता गुरु नानक देव साहिब महाराज ने। होर ते होर गुरु कलगीधर महाराज ने ते अपनी कलगी भी उतार के मनुखा शरीर के उपर ला दी सी। सब कुछ किनों बख्शिया? मनुखा शरीर नूं। गुरु नानक देव साहिब महाराज ने जिहड़े अकाल पुरख महाराजियां दा वस्त्र सी अकाल पुरख दे, वो अकाल पुरख दे वस्त्र मनुख नूं अधिकार दिता कि ये जामे नूं तूं पहन के रखिया कर। एक पासे दुनियादारी के वस्त्र ने जिहड़े मनुख के शरीर नूं पूरा ढक दिंदे ने, बिल्कुल भी पता नहीं लगता। एक पासे वो वस्त्र ने जिहड़े वस्त्र भी पाए ने पर वो सिर्फ ते सिर्फ प्रदर्शनी वास्ते पाए हुए ने। एक पासे वो वस्त्र ने जिहड़े गुरु नानक देव साहिब जी महाराज ने अकाल पुरख का जामा मनुख नूं बख्शिया है। इन्हां दोनों के विचों एक विचकार का रस्ता जिहड़ा तैयार किया है गुरु नानक देव साहिब जी महाराज ने। वो ये जामा तैयार किया है जिहड़ा असीं तकरीबन पहनते हैं। ते बहुते जिहड़े हैगे ने इस बाणे पहनण तो बड़ी संग लगती है, बड़ी लोग शर्म मंनते ने, शर्म मंनते ने इस गल ते। गुरु नानक महाराज जी ने चोला साहिब जे किसी नूं कह देने चोला साहिब पाओ, शर्म मंनते ने, कहते चोला पाए तो शर्म आउंदी है। चलो फिर जेड़े दुनिया वस्त्र पाउंदी है तो दुनियादारी वाले वस्त्र पा ते दुनिया दे नाल ही रले रवेगा सारी जिंदगी। बाबा
ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਨਦਾ ਧਨ ਪੀੜੀਐ, ਮਨ ਮੈਂ ਚਲੈ ਵਿਕਾਰ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਤੂੰ ਐਸੇ ਵਸਤਰ ਕਿਉਂ ਪਹਿਨਦਾ ਜਿਹੜੇ ਵਸਤਰ ਪਹਿਨਣ ਦੇ ਨਾਲ ਤੇਰੇ ਮਨ ਵਿੱਚ ਵਿਸ਼ੇ ਵਿਕਾਰ ਸ਼ੁਰੂ ਹੁੰਦੇ ਨੇ। ਕਿ ਕੱਪੜੇ ਪਹਿਨਣ ਦੇ ਨਾਲ ਵੀ ਵਿਸ਼ੇ ਵਿਕਾਰ ਸ਼ੁਰੂ ਹੁੰਦੇ ਨੇ। ਹਾਂ, ਲੋਕ ਤੇ ਇਸ ਗੱਲ ਤੇ ਖੜੇ ਨੇ ਵੀ ਮਾੜੀ ਸੰਗਤ ਵਿੱਚ ਬੈਠੋ, ਉੱਥੇ ਜਿਹੜੇ ਵਿਸ਼ੇ ਵਿਕਾਰ ਚੱਲਦੇ ਨੇ ਉਹਨਾਂ ਦੇ ਧਾਰਨੀ ਤੁਸੀਂ ਵੀ ਹੋ ਜਾਓਗੇ। ਤੁਹਾਨੂੰ ਮਾੜੀ ਜਗ੍ਹਾ ਦੇ ਵਿੱਚੋਂ, ਮਾੜੀ ਬੰਦਿਆਂ ਦੀ ਸੰਗਤ ਦੇ ਵਿੱਚੋਂ ਮਾੜੇ ਸ਼ਬਦ ਹੀ ਤੁਹਾਡੀ ਝੋਲੀ ਦੇ ਵਿੱਚ ਪੈਣਗੇ। ਦੁਨੀਆ ਤਾਂ ਇਸੇ ਗੱਲ ਤੇ ਖੜੀ ਹੈ। ਪਰ ਕਮਾਲ ਦੀ ਗੱਲ ਹੈ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਤੇਰੇ ਵਸਤਰ ਜਿਹੜੇ ਤੂੰ ਪਹਿਨੇ ਹੋਏ ਨੇ ਨਾ, ਇਹਨਾਂ ਵਸਤਰਾਂ ਦੇ ਵਿੱਚੋਂ ਵੀ ਤੇਰੇ ਮਨ ਦੇ ਵਿੱਚ ਵਿਸ਼ੇ ਵਿਕਾਰ ਚੱਲਣਗੇ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਨਦਾ ਤਨ ਪੀੜੀਐ, ਮਨ ਮੈਂ ਚਲੈ ਵਿਕਾਰ। ਦੱਸੋ ਕੌਣ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਇਸ ਬਾਣੀ ਨੂੰ ਨਹੀਂ ਪੜ੍ਹਦਾ? ਸਾਰੇ ਪੜ੍ਹਦੇ ਨੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਂਦਾ ਤਨ ਪੀੜੀਐ, ਮਨ ਮੈਂ ਚਲੈ ਵਿਕਾਰ। ਤੂੰ ਤੇ ਮਾੜੇ ਬੰਦਿਆਂ ਨੂੰ ਲਾਂਭੇ ਦੇ ਰਿਹਾ ਵੀ ਮੈਂ ਮਾੜੇ ਬੰਦੇ ਦੀ ਸੰਗਤ ਦੇ ਵਿੱਚ ਨਹੀਂ ਬੈਠਣਾ, ਮਾੜੇ ਬੰਦਿਆਂ ਦੇ ਕੋਲੇ ਮੈਂ ਜਾ ਕੇ ਭੋਜਨ ਪਾਣੀ ਨਹੀਂ ਛਕਣਾ। ਭੋਜਨ ਪਾਣੀ ਤੇ ਤੂੰ ਆਪਣੇ ਘਰ ਦੇ ਵਿੱਚ ਹੀ ਛਕਦਾ ਨਾ। ਇਹ ਭੋਜਨ ਪਾਣੀ ਛਕਣ ਦੇ ਨਾਲ ਵੀ ਤੇਰੇ ਮਨ ਦੇ ਅੰਦਰ ਵਿਸ਼ੇ ਵਿਕਾਰ ਸ਼ੁਰੂ ਹੋਣਗੇ। ਹੁਣ ਕਿਸੇ ਇਤਿਹਾਸਕਾਰ ਨੇ ਲਿਖਿਆ ਹੋਇਆ ਤੇ ਸ਼ਾਇਦ ਅਸੀਂ ਗਲਤ ਕਹਿ ਦਿੰਦੇ ਜਾਂ ਨਾ ਬੋਲਦੇ, ਪਰ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਲਿਖਿਆ ਗੁਰਬਾਣੀ ਦੇ ਵਿੱਚ ਦਰਜ ਹੈ, ਬੋਲਣ ਦੇ ਵਿੱਚ ਕੋਈ ਸੰਕੋਚ ਨਹੀਂ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚਲੈ ਵਿਕਾਰ। ਮਨ ਦੇ ਵਿੱਚ ਵਿਸ਼ੇ ਵਿਕਾਰ ਚੱਲਣਗੇ ਖਾਣਾ ਖਾਣ ਦੇ ਨਾਲ ਵੀ। ਅਗਰਵਾਈਜ਼ ਜੇ ਤੁਸੀਂ ਇਹੋ ਜਿਹਾ ਖਾਣਾ ਖਾ ਰਹੇ ਹੋ ਜਿਹੜਾ ਗੁਰਮਤਿ ਦੇ ਅਨੁਸਾਰ ਨਹੀਂ ਹੈ, ਤਾਂ ਗੁਰਮਤਿ ਦੇ ਅਨੁਸਾਰ ਤੇ 2 ਡੰਗ ਦਾ ਭੋਜਨ ਪਰਮਾਤਮਾ ਨੇ ਦਿੱਤਾ ਹੈ, ਤੇ 2 ਡੰਗ ਦੀ ਰੋਟੀ ਖਾ ਕੇ ਕੌਣ ਗੁਜ਼ਾਰਾ ਕਰਦਾ ਹੈ? ਦਿਨ ਵਿੱਚ ਦੀ ਸਾਰਾ ਦਿਨ ਇਸ ਦੀ ਜੀਭ ਤੇ ਕੁਛ ਨਾ ਕੁਛ ਹੋਣਾ ਚਾਹੀਦਾ, ਸਵਾਦਿਸ਼ਟ ਭੋਜਨ ਭਾਲਦਾ ਹੈ। ਖਾਣਾ ਖਾਣ ਦੇ ਨਾਲ ਵੀ ਵਿਕਾਰ ਚੱਲਣਗੇ, ਵਸਤਰ ਪਹਿਨਣ ਦੇ ਨਾਲ ਵੀ ਤੇਰੇ ਅੰਦਰ ਵਿਸ਼ੇ ਵਿਕਾਰ ਪੈਦਾ ਹੋਣਗੇ। ਤੋ ਅੱਜ ਕੱਲ੍ਹ ਵਸਤਰ ਕੌਣ ਇਹੋ ਜਿਹੇ ਪਹਿਨਦਾ ਜਿਹੜਾ ਗੁਰਮਤਿ ਦੇ ਅਨੁਸਾਰ ਹੋਵੇ? ਜਦ ਵੀ ਮਨੁੱਖ ਵਸਤਰ ਪਹਿਨਦਾ ਹੈ ਤੇ ਹਮੇਸ਼ਾ ਇਹੋ ਜਿਹੇ ਪਹਿਨਦਾ ਹੈ ਕਿ ਦੁਨੀਆ ਮੈਨੂੰ ਚੰਗਾ ਆਖੇ। ਫਿਰ ਉਹ ਦਰਸ਼ਨ ਕਰਨ ਨਹੀਂ ਜਾਂਦਾ, ਦਰਸ਼ਨ ਦੇਣ ਜਾਂਦਾ ਹੈ। ਸਾਡੇ ਗੁਰਦੁਆਰਿਆਂ ਦੇ ਵਿੱਚ 90% ਲੋਕ ਤੁਹਾਨੂੰ ਇਹੋ ਜਿਹੇ ਮਿਲ ਜਾਣਗੇ ਜਿਹੜੇ ਦਰਸ਼ਨ ਕਰਨ ਨਹੀਂ, ਦਰਸ਼ਨ ਦੇਣ ਆਉਂਦੇ ਨੇ। ਆਪਸੀ ਇਸ ਗੱਲ ਦਾ ਗਿਲਾ ਸ਼ਿਕਵਾ ਨਾ ਕਰਨਾ। ਤੋ ਜੇ ਬਹੁਤੇ ਚੰਗੇ ਭੜਕੀਲੇ ਵਸਤਰ ਪਹਿਨੇ, ਬਹੁਤਾ ਕੁਝ ਲੈਤਾ ਤੇ ਬਾਬਾ ਬੁੱਢਾ ਜੀਆਂ ਦੇ ਦਰ ਤੋਂ ਖਾਲੀ ਚਲੇ ਗਏ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਮਹਿਲ ਜਗਤ ਮਾਤਾ ਗੰਗਾ ਜੀ ਆਏ ਸੀ ਪੁੱਤਰ ਦੀ ਦਾਤ ਲੈਣ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਦੱਸਿਆ, ਫਿਰ ਚਲੇ ਗਏ ਦੁਬਾਰੇ। ਭੋਜਨ ਲੈਤਾ ਰੁੱਖੇ ਮਿੱਸੇ ਪ੍ਰਸ਼ਾਦੇ, ਸਾਦੇ ਵਸਤਰ, ਨੰਗੇ ਪੈਰੀ। ਜਦ ਬਾਬਾ ਬੁੱਢਾ ਸਾਹਿਬ ਜੀਆਂ ਦੇ ਕੋਲ ਗਏ ਨਾ, ਸਹਿਜ ਸੁਭਾਏ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਨਿਕਲਿਆ। ਥਾਲੀ ਦੇਖ ਕੇ ਕਹਿਣ ਲੱਗੇ, ਮਾਤਾ ਨੂੰ ਆਪਣੇ ਪੁੱਤਰਾਂ ਦਾ ਫਿਕਰ ਹੁੰਦਾ, ਮਾਤਾ ਭੋਜਨ ਲੈ ਕੇ ਆ ਗਈ। ਥਾਲੀ ਪਕੜੀ ਬਾਬਾ ਬੁੱਢਾ ਸਾਹਿਬ ਜੀਆਂ ਨੇ, ਇੱਕ ਗੰਢਾ ਉਹਦੇ ਵਿੱਚ ਰੱਖਿਆ ਹੋਇਆ ਸੀ। ਮੰਜੇ ਤੇ ਬੈਠੇ ਬਾਬਾ ਬੁੱਢਾ ਸਾਹਿਬ ਜੀ। ਜਦ ਗੰਢਾ ਮੰਜੇ ਦੇ ਪਾਵੇ ਤੇ ਰੱਖ ਕੇ ਤੇ ਉੱਪਰ ਹੱਥ ਮਾਰਨ ਲੱਗੇ ਨਾ ਬਾਬਾ ਬੁੱਢਾ ਸਾਹਿਬ ਜੀ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਬਜ਼ੁਰਗ ਸੀ ਗੰਢਾ ਐਵੇਂ ਖਾਂਦੇ ਹੁੰਦੇ ਸੀ। ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਗੰਢਾ ਭੰਨ ਕੇ ਖਾਂਦੇ ਹੁੰਦੇ ਸੀ, ਛਿੱਲ ਕੇ ਗੰਢਾ ਨਹੀਂ ਖਾਂਦੇ ਹੁੰਦੇ ਸੀ। ਅਜੋਕੇ ਸਮੇਂ ਦੇ ਜਿਹੜੇ ਨਿਦਾਨ ਬੱਚੇ ਨੇ, ਇਹਨਾਂ ਨੇ ਇਹ ਚੀਜ਼ਾਂ ਖਾਣੀਆਂ ਬਿਲਕੁਲ ਛੱਡ ਦਿੱਤੀਆਂ। ਹੌਲੀ ਹੌਲੀ ਸਮਾਂ ਆਊਗਾ 10-20 ਸਾਲਾਂ ਨੂੰ, ਮੈਂ ਕਹਿੰਦਾ ਇਹਨਾਂ ਨੂੰ ਤੇ ਗੰਢਿਆਂ ਦਾ ਵੀ ਭੁੱਲ ਜੂਗਾ ਵੀ ਗੰਢੇ ਹੁੰਦੇ ਕੀ ਨੇ। ਹੋਰ ਹੀ ਕੁਝ ਨਾ ਕੁਝ ਇਹ ਭੋਜਨ ਸ਼ਹਿਰਾਂ ਬਾਜ਼ਾਰਾਂ ਦੇ ਵਿੱਚੋਂ ਸਵਾਦਿਸ਼ਟ ਭੋਜਨ ਛਕਦੇ ਰਹਿੰਦੇ ਨੇ ਤੇ ਕਰੋੜਾਂ ਬਿਮਾਰੀਆਂ ਸਰੀਰਾਂ ਨੂੰ ਚੁੰਬੜੀਆਂ ਹੋਈਆਂ ਨੇ। ਹੌਲੀ ਹੌਲੀ ਭੁੱਲ ਜਾਂਦੇ ਨੇ।
ਤੇ ਬਾਬਾ ਬੁੱਢਾ ਸਾਹਿਬ ਜੀਆਂ ਨੇ ਜਦ ਗੰਢਾ ਭੰਨਣ ਵਾਸਤੇ ਪਾਵੇ ਤੇ ਰੱਖਿਆ, ਉਹਦੇ ਉੱਤੋਂ ਹੱਥ ਮਾਰਿਆ ਤੇ ਗਿਟਕ ਨਿਕਲ ਕੇ ਪਾਸੇ ਚਲੀ ਗਈ। ਮਾਤਾ ਗੰਗਾ ਜੀ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ, ਪੁੱਤਰ ਦੀ ਦਾਤ ਲੈਣੀ ਸੀ। ਮਾਤਾ ਨੇ ਜਦ ਇਹ ਬਚਨ ਕੀਤੇ, ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਜ਼ੁਬਾਨ ਦੇ ਵਿੱਚੋਂ ਨਿਕਲਿਆ, ਐ ਮਾਤਾ ਗੰਗਾ ਜੀ, ਜਿਵੇਂ ਆਹ ਗੰਢੇ ਦੇ ਵਿੱਚੋਂ ਗਿਟਕ ਨਿਕਲ ਕੇ ਪਾਸੇ ਚਲੀ ਗਈ ਨਾ, ਤੇਰੇ ਘਰ ਦੇ ਵਿੱਚ ਐਡਾ ਪੁੱਤਰ ਬਲਵਾਨ ਹੋਊਗਾ ਕਿ ਦੁਸ਼ਟ ਬੰਦਿਆਂ ਦੇ ਉਹ ਸਿਰ ਭੰਨ ਭੰਨ ਕੇ ਪਾਸੇ ਰੱਖ ਦਿਆ ਕਰੇਗਾ। ਬਚਨ ਨਿਕਲਿਆ ਤੇ ਕੌਣ ਪੈਦਾ ਹੋਏ? ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਅਵਤਾਰ ਧਾਰਿਆ। ਤੋਂ ਮਿਲਿਆ ਕਦੋਂ? ਕਿ ਜਦੋਂ ਦਰਸ਼ਨ ਕਰਨ ਵਾਸਤੇ ਗਏ। ਉਦੋਂ ਕੁਛ ਨਹੀਂ ਮਿਲਿਆ ਜਦ ਦਰਸ਼ਨ ਦੇਣ ਵਾਸਤੇ ਗਏ ਸੀ, ਉਦੋਂ ਮਿਲਿਆ ਜਦ ਦਰਸ਼ਨ ਕਰਨ ਵਾਸਤੇ ਗਏ ਨੇ। ਤੋ ਦੁਨੀਆ ਦੇ ਵਿੱਚ ਮਨੁੱਖ ਜਿਹੜਾ ਵੀ ਗੁਰਮਤਿ ਦੇ ਅਨੁਸਾਰ ਵਸਤਰ ਪਹਿਨਣੇ ਚਾਹੁੰਦਾ ਹੈ, ਤੋ ਇਸ ਦੇ ਵਿੱਚ ਬਹੁਤ ਵੱਡੀ ਸਾਦਗੀ ਨਜ਼ਰ ਆਉਣੀ ਚਾਹੀਦੀ ਹੈ, ਬਹੁਤ ਵੱਡੀ ਸਾਦਗੀ। ਭੜਕੀਲੇ ਵਸਤਰ ਬਹੁਤੇ ਪਾ ਕੇ ਨਹੀਂ, ਕੁਛ ਵੀ ਨਹੀਂ ਮਿਲਣਾ, ਕਿਉਂਕਿ ਦੁਨੀਆਦਾਰੀ ਦੇ ਵਿੱਚ ਵਸਤੂਆਂ ਜਿਹੜੀਆਂ ਨੇ ਇਹ ਆਮ ਚੱਲੀਆਂ ਨੇ। ਬਹੁਤੇ ਵਸਤਰ ਪਾਓ। ਸਮਾਜ ਦੇ ਵਿੱਚ ਲਾੜੇ ਤੇ ਲਾੜੀ ਦੇ ਇੰਨੇ ਵਸਤਰ ਦੁਨੀਆ ਪਾ ਦਿੰਦੀ ਹੈ, ਇੰਨੇ ਹਾਰ ਸ਼ਿੰਗਾਰ ਲਾ ਦਿੰਦੀ ਹੈ, ਉਹਨਾਂ ਵਿਚਾਰਿਆਂ ਨੂੰ ਤੁਰਨਾ ਹੀ ਮੁਸ਼ਕਲ ਹੋ ਜਾਂਦਾ ਹੈ। ਬਹੁਤੀਆਂ ਲੜਕੀਆਂ ਤੇ ਵਿਚਾਰੀਆਂ ਐਸੀਆਂ ਹੁੰਦੀਆਂ, 2-4 ਜਾਣੀਆਂ ਉਹਨਾਂ ਦੇ ਨਾਲ ਉਹਨਾਂ ਦੇ ਕੱਪੜੇ ਚੱਕਦੀਆਂ ਨੇ, ਫਿਰ ਉਹ ਵਿਚਾਰੀਆਂ ਹੌਲੀ ਹੌਲੀ ਡਿੱਗਦੀਆਂ ਢਹਿੰਦੀਆਂ, 4 ਪ੍ਰਕਰਮਾਂ ਮਸਾਂ ਕਰਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ। ਤੋ ਉਹਨਾਂ ਦਾ ਜਿਹੜਾ ਦਿਮਾਗ ਹੁੰਦਾ ਹੈ, ਉਹਨਾਂ ਦੀ ਜਿਹੜੀ ਸੁਰਤ ਹੁੰਦੀ ਹੈ, ਉਹਨਾਂ ਬੱਚਿਆਂ ਦੀ ਸੁਰਤ ਲਾਵਾਂ ਪੜ੍ਹਨ ਦੇ ਵਾਲੇ ਗ੍ਰੰਥੀ ਦੇ ਵਿੱਚ, ਰਾਗੀਆਂ ਦੇ ਵਿੱਚ ਨਹੀਂ ਹੁੰਦੀ। ਉਹਨਾਂ ਦੀ ਸੁਰਤ ਕੇਵਲ ਆਪਣੇ ਵਸਤਰਾਂ 'ਚ ਪਈ ਹੁੰਦੀ ਹੈ। ਇਸ ਲਈ ਜਿਹੜਾ ਇਹ ਗੁਰਮਤਿ ਦੇ ਅਨੁਸਾਰ ਨਹੀਂ ਹੈ, ਇਹ ਗੁਰਮਤਿ ਦੇ ਅਨੁਸਾਰ ਨਹੀਂ ਹੈ। ਬਹੁਤੇ ਭੜਕੀਲੇ ਤੇ ਜ਼ਿਆਦਾਤਰ ਸਵਾਦਿਸ਼ਟ ਜਿਹੜੇ ਕੱਪੜੇ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕੋਲ ਆਉਣੇ, ਕਿਉਂਕਿ ਸਮਾਜ ਦੇ ਵਿੱਚ ਤੇ ਬਹੁਤੇ ਗੁਰਦੁਆਰਿਆਂ ਦੇ ਵਿੱਚ ਇਹ ਚੀਜ਼ਾਂ ਬੰਦ ਕਰ ਦਿੱਤੀਆਂ ਗਈਆਂ ਨੇ। ਸਾਦੇ ਵਸਤਰ ਹੋਣੇ ਚਾਹੀਦੇ ਨੇ, ਔਰ ਆਨੰਦ ਕਾਰਜਾਂ ਦੀ ਜੋ ਮਰਿਆਦਾ ਹੈ ਇਹ 12 ਵਜੇ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਬਹੁਤੇ ਗੁਰਦੁਆਰਿਆਂ ਦੇ ਵਿੱਚ ਆਨੰਦ ਕਾਰਜਾਂ ਦਾ ਸਹੀ ਸਮਾਂ ਜਿਹੜਾ ਹੈ, ਸੂਰਜ ਦੀਆਂ ਕਿਰਨਾਂ ਨਿਕਲਦੀਆਂ ਹੋਣ ਤੇ ਉਧਰੋਂ ਆਨੰਦ ਕਾਰਜ ਹੁੰਦੇ ਹੋਣ, ਸਹੀ ਸਮਾਂ ਆਨੰਦ ਕਾਰਜਾਂ ਦਾ। ਪਰ ਹੋਵੇ ਪੂਰਨ ਤੌਰ ਤੇ ਸਾਦਗੀ। ਪਰ ਸਾਦਗੀ ਇਹ ਬਹੁਤੇ ਜਗ੍ਹਾ ਤੇ ਇਹ ਮਰਿਆਦਾ ਜਿਹੜੀ ਹੈ ਉਹ ਲਾਗੂ ਕਰ ਦਿੱਤੀ ਗਈ ਹੈ। ਇਹ ਉੱਥੇ ਹੀ ਲਾਗੂ ਕੀਤੀ ਗਈ ਹੈ ਜਿੱਥੇ ਆਪ ਕੋਈ ਬੰਦਾ ਗੁਰਮਤਿ ਦਾ ਧਾਰਨੀ ਬੈਠਾ ਹੋਵੇ। ਤੇ ਆਪ ਜੇ ਕੋਈ ਕਿਤੇ ਮੇਰੇ ਵਰਗਾ ਗ੍ਰੰਥੀ ਕਹਿ ਦੇ, ਸਾਡੀ ਗ੍ਰੰਥੀਆਂ ਦੀ ਤਾਂ ਇੰਨੀ ਕੀ ਇੱਜ਼ਤ ਹੈ, ਉਹ ਕਹਿੰਦੇ ਆ ਕਰਨਿਆ ਕਰ ਲਾ, ਆਨੰਦ ਕਾਰਜ ਨਹੀਂ, ਅਸੀਂ ਕਿਸੇ ਹੋਰ ਗ੍ਰੰਥੀ ਨੂੰ ਸੱਦ ਲਾਂਗੇ, ਸਾਡੀ ਤਾਂ ਇੰਨੀ ਕੀ ਇੱਜ਼ਤ ਹੈ। ਜੇ ਗੁਰਮਤਿ ਦੀ ਗੱਲ ਕੋਈ ਵੀ ਅਜੋਕੇ ਸਮੇਂ ਵਿੱਚ ਗ੍ਰੰਥੀ ਸਿੰਘ ਨਹੀਂ ਕਰ ਸਕਦਾ। ਸਹੀ ਮਹੀਨਿਆਂ ਦੇ ਵਿੱਚ ਜੇ ਸਹੀ ਮਰਿਆਦਾ ਦੇ ਵਿੱਚ ਗ੍ਰੰਥੀ ਸਿੰਘ ਚੱਲੇ, ਮੈਂ ਕਹਿੰਦਾ 10 ਮਿੰਟ ਨਹੀਂ ਕਿਉਂ ਨਹੀਂ ਗੁਰਦੁਆਰੇ ਦੇ ਵਿੱਚ ਖੜ੍ਹਨ ਦਿੰਦਾ। ਕਿਉਂ? ਲੜਕੀ ਸਾਡੀ ਹੈ, ਆਨੰਦ ਕਾਰਜ ਅਸੀਂ ਕਰਵਾਉਣੇ ਨੇ, ਤੈਨੂੰ ਕੀ ਸਾਡੀ ਲੜਕੀ ਦੇ ਅਸੀਂ ਹਾਰ ਸ਼ਿੰਗਾਰ ਲਾਵਾਂਗੇ, ਤੂੰ ਕਰ ਆਨੰਦ ਕਾਰਜ। ਚਲੋ ਠੀਕ ਹੈ, ਕਰ ਦਿੰਦੇ ਹਾਂ। ਪਰ ਗੁਰਮਤਿ ਦਾ ਜਿਹੜਾ ਸਹੀ ਮਾਰਗ ਹੈ, ਉਹ ਮਾਰਗ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਪਣੀ ਗੱਲ ਚੱਲੀ ਸੀ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਂਦਾ ਤਨ ਪੀੜੀਐ ਮਨ ਮੈਂ ਚਲੈ ਵਿਕਾਰ। ਤੋ ਕੱਪੜੇ ਪਹਿਨਣ ਦੇ ਨਾਲ ਵੀ ਬੰਦੇ ਦੇ ਮਨ ਵਿੱਚ ਵਿਸ਼ੇ ਵਿਕਾਰ ਪੈਦਾ ਹੁੰਦੇ ਨੇ। ਤੋ ਜੇ ਵਿਸ਼ੇ ਵਿਕਾਰ ਪੈਦਾ ਹੁੰਦੇ ਨੇ ਕੱਪੜੇ ਪਹਿਨਣ ਦੇ ਨਾਲ, ਤੇ ਫਿਰ ਅਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੋਂ ਪੁੱਛ ਲੈਂਦੇ ਹਾਂ ਕਿ ਗੁਰੂ ਨਾਨਕ ਮਹਾਰਾਜ ਅਸੀਂ ਕਿਹੜੇ ਵਸਤਰ ਪਹਿਨੀਏ ਵੀ ਜਿਹੜੇ ਵਸਤਰ ਪਹਿਨਣ ਦੇ ਨਾਲ ਸਾਡੇ ਮਨ ਵਿੱਚ ਵਿਸ਼ੇ ਵਿਕਾਰ ਨਾ ਚੱਲਣ। ਕਿਉਂਕਿ ਅਸੀਂ ਤੇ ਵਿਸ਼ੇ ਵਿਕਾਰ ਕੱਢਣ ਵਾਸਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਆਉਂਦੇ ਹਾਂ। ਪਰ ਜਦ ਅਸੀਂ ਭੜਕੀਲਿਆਂ ਵਸਤਰ ਪਾ ਲੈਂਦੇ ਹਾਂ, ਬਹੁਤੇ ਚੰਗੇ ਵਸਤਰ ਪਾ ਲੈਂਦੇ ਹਾਂ, ਉਹ ਵਿਸ਼ੇ ਵਿਕਾਰਾਂ ਦੇ ਵਿੱਚ ਹੋਰ ਵਾਧਾ ਹੋ ਜਾਂਦਾ ਹੈ। ਕਿਉਂਕਿ ਗਲੀਆਂ ਦੇ ਵਿੱਚ ਤਾਂ ਸਾਨੂੰ ਕੋਈ 1-2 ਜਣਾ ਦੇਖਦਾ ਹੈ, ਇੱਥੇ ਇਕੱਠੇ 100 ਜਾਣੇ ਦੇਖ ਲੈਂਦੇ ਨੇ। ਫਿਰ ਸਾਨੂੰ ਹੋਰ
ਵਿਸ਼ੇ ਵਕਾਰ ਸ਼ੁਰੂ ਹੋ ਜਾਂਦੇ ਨੇ ਵੀ ਸਾਨੂੰ ਤਾਂ ਬਹੁਤੇ ਜਾਣਿਆਂ ਨੇ ਦੇਖ ਲਿਆ। ਖੈਰ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਫਿਰ ਇੱਕ ਗੁਰਮਤਿ ਦਾ ਰਸਤਾ ਅਖਤਿਆਰ ਕੀਤਾ ਵਸਤਰਾਂ ਦਾ, ਕਿ ਅਕਾਲ ਪੁਰਖ ਦੇ ਜਿਹੜੇ ਖੁਦ ਦੇ ਵਸਤਰ ਸੀ ਉਹ ਮਨੁੱਖਤਾ ਨੂੰ ਦਿੱਤੇ ਕਿ ਤੂੰ ਇਹ ਵਸਤਰ ਪਾ ਲਿਆ ਕਰ, ਸਾਦਗੀ, ਸਾਦੇ ਵਸਤਰ ਪਾਇਆ ਕਰ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ, ਖੈਰ ਅਸੀਂ ਦੁਨੀਆਦਾਰੀ ਦੇ ਵਿੱਚ ਜਿੰਨੇ ਵੀ ਉਲਾਂਭੇ ਹੁੰਦੇ ਨੇ ਨਾ, ਇਹ ਸਾਰੇ ਉਹਨਾਂ ਨੂੰ ਦਿੰਦੇ ਆ ਕਿ ਜੀ ਕਿਤੇ ਚੌਂਕੜੀ ਲੱਗੀ ਹੈ, ਮਾੜੇ ਬੰਦੇ ਬੈਠੇ ਨੇ ਉਹਨਾਂ ਨੂੰ ਲਾਂਭੇ ਦੇਤੇ, ਨਸ਼ੇ ਪੱਤੇ ਵਾਲਿਆਂ ਨੂੰ ਲਾਂਭੇ ਦੇਤੇ। ਪਰ 100 ਲਾਮੇ ਦਿਨਾਂ ਕੇ ਰਾਤੀ ਮਿਲਣ, ਸਹੰਸ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਜਦੋਂ ਇੱਥੇ ਆਉਂਦੇ ਆ ਨਾ, ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹਨਾਂ ਗੱਲਾਂ ਤੋਂ ਬੰਦੇ ਨੂੰ ਸੁਚੇਤ ਕਰਦੇ ਨੇ ਵੀ ਸੱਜਣਾ, ਤੂੰ ਉਹਨਾਂ ਬੰਦਿਆਂ ਨੂੰ ਗਲਤ ਨਾ ਕਹਿ ਜਿੱਥੇ ਕੋਈ ਮੰਡਲੀ ਬੈਠੀ ਹੈ, ਜਿੱਥੇ ਕੋਈ ਵਿਸ਼ੇ ਵਕਾਰਾਂ ਦੀ ਉਹ ਗੱਲ ਕਰਦੇ ਨੇ, ਉਹਨਾਂ ਨੂੰ ਨਾ ਗਲਤ ਕਹਿ। ਤੇਰੇ ਖਾਣਾ ਖਾਣ ਦੇ ਨਾਲ ਵੀ ਔਰ ਤੇਰੇ ਵਸਤਰ ਪਹਿਨਣ ਦੇ ਨਾਲ ਵੀ ਤੇਰੇ ਮਨ ਵਿੱਚ ਵਿਸ਼ੇ ਵਕਾਰ ਚੱਲ ਸਕਦੇ ਨੇ, ਇਹਨਾਂ ਤੋਂ ਵੀ ਤੂੰ ਸੰਕੋਚ ਕੇ ਚੱਲੀ। ਗੁਰੂ ਨਾਨਕ ਮਹਾਰਾਜ ਪਲ ਪਲ ਤੇ ਪੈਰ ਪੈਰ ਤੇ ਸਾਨੂੰ ਸਮਝਾਉਂਦੇ ਨੇ, ਕੋਈ ਮਨੁੱਖ ਸਮਝੇ ਚਾਹੇ ਨਾ ਸਮਝੇ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।